ਹੁਣ ਕਰਦੇ ਹਾਂ ਬੇਟਾ ਜੀ। ਅੱਜ ਦੀ ਵੀਡੀਓ 'ਚ ਅਸੀਂ ਐਵਰੇजेस ਕੈਲਕੂਲੇਟ ਕਰਾਂਗੇ ਟੈਂਜੈਂਟ ਦੀ ਹੈਲਪ ਨਾਲ। ਹੁਣ ਕਿਹੜੀ ਐਵਰੇਜ ਦੀ ਗੱਲ ਕਰ ਰਿਹਾ ਮੈਂ? ਇੱਥੇ ਮੈਂ ਐਵਰੇਜ ਵੈਲੋਸਿਟੀ ਵੀ ਕੱਢ ਸਕਦਾ ਹਾਂ, ਐਵਰੇਜ ਐਕਸਲਰੇਸ਼ਨ ਵੀ ਕੱਢ ਸਕਦਾ ਹਾਂ। ਐਵਰੇਜ ਵੈਲੋਸਿਟੀ ਕਦੋਂ ਕਰਾਂਗੇ ਅਸੀਂ? ਜਦੋਂ ਸਾਨੂੰ ਪੋਜੀਸ਼ਨ ਟਾਈਮ ਗ੍ਰਾਫ ਦਿੱਤਾ ਹੋਵੇ, ਜਾਂ ਪੀਟੀ ਗ੍ਰਾਫ ਕਹਿ ਦਿੰਦੇ ਹਨ। ਤੇ ਐਵਰੇਜ ਐਕਸਲੇਸ਼ਨ ਅਸੀਂ ਕੱਢ ਸਕਦੇ ਹਾਂ ਜਦੋਂ ਸਾਨੂੰ ਵੈਲੋਸਿਟੀ ਟਾਈਮ ਗ੍ਰਾਫ ਦਿੱਤਾ ਹੋਵੇ। ਵੈਲੋਸਿਟੀ ਟਾਈਮ ਗ੍ਰਾਫ ਦਿੱਤਾ ਹੋਵੇ। ਤੁਹਾਨੂੰ ਯਾਦ ਹੋਣਾ ਅਸੀਂ ਜਦੋਂ ਇਹ ਸੀਰੀਜ਼ ਸਟਾਰਟ ਕੀਤੀ ਸੀ 8 ਕੁਐਸਚਨ ਦਿੱਤੇ ਸੀ, ਜਿਹਦੇ 'ਚ ਅਸੀਂ ਆਪ ਖੁਦ ਗਿਣ ਕੇ ਐਵਰੇਜ ਸਪੀਡ ਕੱਢੀ ਸੀ, ਐਵਰੇਜ ਵੈਲੋਸਿਟੀ ਕੱਢੀ ਸੀ। ਹੁਣ ਉਸ ਚੀਜ਼ ਨੂੰ, ਐਵਰੇਜ ਵੈਲੋਸਿਟੀ ਨੂੰ ਤੇ ਐਵਰੇਜ ਐਕਸਲੇਸ਼ਨ ਕੈਲਕੂਲੇਟ ਕਰਨ ਨੂੰ ਅਸੀਂ ਬਹੁਤ ਆਸਾਨ ਬਣਾ ਦੇਣਾ ਹੈ। 2 ਐਗਜ਼ਾਮਪਲ ਮੈਂ ਲਵਾਂਗਾ ਤੇ ਬਾਕੀ 8 ਦੇ 8 ਜਿਹੜੇ ਹੈਗੇ ਆ ਤੁਸੀਂ ਪੜ੍ਹ ਕੇ, ਸਿਰਫ ਪਿਕਚਰ ਵੇਖ ਕਰ, ਪੋਜੀਸ਼ਨ ਟਾਈਮ ਗ੍ਰਾਫ ਦੇਖ ਕੇ ਜਾਂ ਵੈਲੋਸਿਟੀ ਟਾਈਮ ਗ੍ਰਾਫ ਦੇਖ ਕੇ ਤੁਸੀਂ ਐਵਰੇਜ ਐਕਸਲੇਸ਼ਨ ਜਾਂ ਐਵਰੇਜ ਵੈਲੋਸਿਟੀ ਕੱਢ ਸਕਦੇ ਹੋ। ਡਿਪੈਂਡ ਕਰੇਗਾ ਕਿਹੜਾ ਗ੍ਰਾਫ ਦਿੱਤਾ ਹੈ। ਹੁਣ ਅਸੀਂ ਟੈਂਜੈਂਟ, ਤੁਹਾਨੂੰ ਪਤਾ ਹੈ ਟੈਂਜੈਂਟ ਕਿੱਦਾਂ ਕੈਲਕੂਲੇਟ ਕਰਦੇ। ਅਸੀਂ ਇਹ ਉੱਪਰ ਟ੍ਰਾਇੰਗਲ ਜਿਹੜਾ ਬਣਾਇਆ ਹੈ ਮੈਂ ਉਹ ਦਿਖਾਉਣ ਵਾਸਤੇ, ਯਾਦ ਕਰਾਉਣ ਵਾਸਤੇ ਕਿ ਸਾਹਮਣੇ ਡਿਵਾਈਡਡ ਬਾਏ ਥੱਲੇ ਹੁੰਦਾ। ਕੋਈ ਲਾਈਨ ਹੋਵੇ, ਜਿਵੇਂ ਤੁਹਾਨੂੰ ਇਹ ਲਾਈਨਾਂ ਦਿਖ ਰਹੀਆਂ ਹਨ, ਜਿਵੇਂ ਮੈਂ ਇੱਥੇ ਇੱਕ ਇਹ ਲਾਈਨ ਲਾ ਦੇਵਾਂ, ਠੀਕ ਹੈ। ਤਾਂ ਸਾਹਮਣੇ ਇਹ ਜਿਹੜੀ ਸਾਹਮਣੇ ਵਾਲੀ ਲਾਈਨ ਹੈ, ਇੱਥੇ ਹੋ ਗਏ ਨਾ 2 ਲਾਈਨਾਂ ਗਿਣ ਸਕਦਾ। ਇੱਥੇ ਮੈਂ ਗ੍ਰਾਫ ਪੇਪਰ ਤੁਹਾਨੂੰ ਦਿਸ ਰਿਹਾ ਹੋਣਾ, ਤੇ ਥੱਲੇ ਮੈਂ 3 ਗਿਣ ਸਕਦਾ ਹਾਂ। 1 2 3 ਨਜ਼ਰ ਆ ਰਿਹਾ। ਤਾਂ ਇਹਦੀ ਜਿਹੜੀ ਐਵਰੇਜ ਹੋਏਗੀ ਉਹ 2/3 ਹੋਏਗੀ। ਹੁਣ ਕੀ ਯੂਨਿਟ ਹੋਏਗੀ? ਡਿਪੈਂਡ ਕਰੇਗਾ ਕਿਹੜਾ ਗ੍ਰਾਫ ਦਿੱਤਾ ਹੋਇਆ ਹੈ। ਜਿਹੜਾ ਲੌਜਿਕ ਪੋਜੀਸ਼ਨ ਟਾਈਮ ਗ੍ਰਾਫ ਤੇ ਲੱਗਣਾ ਹੈ ਵੈਲੋਸਿਟੀ ਕੱਢਣ ਨੂੰ, ਉਹੀ ਲੌਜਿਕ ਸੇਮ ਹੀ ਚੀਜ਼ ਲੱਗਣੀ ਹੈ ਐਵਰੇਜ ਐਕਸਲੇਸ਼ਨ ਕੱਢਣ ਵਾਸਤੇ ਵੈਲੋਸਿਟੀ ਟਾਈਮ ਗ੍ਰਾਫ 'ਚ। ਤਾਂ ਸਾਨੂੰ ਦੋਨੋਂ ਗ੍ਰਾਫ ਦਿੱਤੇ ਹੋਣ, ਸਾਨੂੰ ਇਹ ਦੇਖਣਾ ਹੈ ਕਿ ਇਹਦੇ 'ਚੋਂ ਅਸੀਂ ਕੀ ਕੱਢ ਸਕਦੇ ਹਾਂ। ਦੇਖੋ ਜਰਾ, ਜਿਵੇਂ ਇਸ ਗ੍ਰਾਫ ਤੇ ਗੌਰ ਕਰੋ। ਇਹ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਬਣਾਇਆ ਇੱਕ, ਜਿਹਦੇ ਵਾਈ ਐਕਸਿਸ ਤੇ ਪੋਜੀਸ਼ਨਸ ਹਨ ਮੀਟਰਸ 'ਚ ਤੇ ਟਾਈਮ ਸੈਕਿੰਡਾਂ 'ਚ ਹੈ। ਤਾਂ ਪੋਜੀਸ਼ਨ ਟਾਈਮ ਗ੍ਰਾਫ ਦੇ ਟੈਂਜੈਂਟ ਜਾਂ ਸਲੋਪ ਨਾਲ ਅਸੀਂ ਕੀ ਕੱਢ ਸਕਦੇ ਹਾਂ? ਅਸੀਂ ਕੱਢ ਸਕਦੇ ਹਾਂ ਵੈਲੋਸਿਟੀ। ਹੁਣ ਕੋਈ ਪੁੱਛੇ ਕਿ ਸਰ ਇਹ ਦੱਸੋ ਕਿ ਵਟ ਇਜ਼ ਦਾ ਐਵਰੇਜ ਵੈਲੋਸਿਟੀ ਆਫ ਦਿਸ ਆਬਜੈਕਟ ਫਰੋਮ 0 to 5 ਸੈਕਿੰਡਸ। ਤਾਂ ਪਹਿਲੇ ਕਨਵੈਨਸ਼ਨਲ ਤਰੀਕਾ ਕਰ ਲਈਏ ਜਿਹੜਾ ਅਸੀਂ ਕਰਦੇ ਹਾਂ। ਅਸੀਂ ਕੀ ਕਰਦੇ ਹਾਂ? ਐਵਰੇਜ ਵੈਲੋਸਿਟੀ ਦਾ ਫਾਰਮੂਲਾ ਲਿਖ ਲੈਂਦੇ ਹਾਂ। ਵੀ ਐਵਰੇਜ ਕੀ ਹੁੰਦੀ ਹੈ? ਫਾਈਨਲ ਪੋਜੀਸ਼ਨ। ਦੇਖ ਲਈਏ 5 ਸੈਕਿੰਡ, ਕਿਉਂਕਿ 0 ਤੇ 5 ਆਬਜ਼ਰਵ ਕਰਨਾ ਹੈ, ਅਸੀਂ 0 to 5 ਆਬਜ਼ਰਵ ਕਰ ਰਹੇ ਹਾਂ, ਤੇ 5 ਤੇ ਜਿਹੜੀ ਪੋਜੀਸ਼ਨ ਹੋਏਗੀ ਉਹ ਸਾਡੀ ਹੋ ਜਾਏਗੀ ਫਾਈਨਲ ਪੋਜੀਸ਼ਨ। ਤਾਂ ਦੇਖ ਲਈਏ ਉਹ ਪੋਜੀਸ਼ਨ ਹੈ ਸਾਡੀ 3। ਗ੍ਰਾਫ ਤੇ ਧਿਆਨ ਦਿਓ, 5 ਤੇ ਗ੍ਰਾਫ ਟੱਚ ਹੋ ਰਿਹਾ। ਇੱਥੋਂ ਉੱਪਰ ਜਾਓਗੇ, ਦੇਖੋ ਇੱਥੇ ਟੱਚ ਹੋਏਗਾ, ਫਿਰ ਤੁਸੀਂ ਇੱਧਰ ਆ ਜਾਣਾ ਹੈ 3। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ 3 ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। 0 ਤੇ ਕਿੱਥੇ ਸੀਗਾ? 0 ਤੇ 0 ਤੇ ਹੀ ਸੀਗਾ। ਟਾਈਮ ਗੁਜ਼ਰ ਗਿਆ ਹੈ 5 ਸੈਕਿੰਡ ਹੋ ਗਏ ਨਾ। 0 to 5 ਕਿੰਨੇ ਸੈਕਿੰਡ ਹੋ ਗਏ? 5 ਸੈਕਿੰਡ ਹੋ ਗਏ। ਤਾਂ ਆਂਸਰ ਆ ਗਿਆ 3/5 ਮੀਟਰ ਪਰ ਸੈਕਿੰਡ। ਇਹ ਅਸੀਂ ਐਵਰੇਜ ਵੈਲੋਸਿਟੀ ਕੱਢ ਲਈ ਹੈ ਨਾ। ਇਹ ਸਾਡਾ ਕਨਵੈਨਸ਼ਨਲ ਤਰੀਕਾ ਹੈ, ਅਸੀਂ ਇੱਦਾਂ ਕੈਲਕੂਲੇਟ ਕੀਤਾ ਸੀ ਫਾਰਮੂਲੇ ਦੇ ਹਿਸਾਬ ਨਾਲ। ਹੁਣ ਜੇ ਤੁਹਾਨੂੰ ਇੱਕ ਬਹੁਤ ਹੀ ਸੌਖਾ ਤਰੀਕਾ ਦੱਸਦਾ, ਦੇਖੋ ਜੇ ਅਸੀਂ ਇਸ ਤੋਂ ਸਵਾ ਜਸਟ ਸਟਾਰਟਿੰਗ ਪੁਆਇੰਟ ਲਈਏ, ਤੇ ਉੱਥੋਂ ਇੱਕ ਲਾਈਨ ਸਿੱਧੀ ਪਾ ਦਈਏ ਫਾਈਨਲ ਪੁਆਇੰਟ ਤੇ, ਠੀਕ ਹੈ। ਇਹ ਜਿਹੜੀ ਨੀਲੀ ਲਾਈਨ ਪਾਈ ਹੈ, ਹੁਣ ਗ੍ਰਾਫ ਨੂੰ ਭੁੱਲ ਜਾਓ, ਅਸੀਂ ਐਵਰੇਜ ਕੱਢਣੀ 0 to 5, ਤਾਂ ਅਸੀਂ ਇੱਕ ਲਾਈਨ ਪਾ ਲਈ ਸਟਾਰਟਿੰਗ ਪੁਆਇੰਟ ਤੋਂ ਲਾਸਟ ਪੁਆਇੰਟ ਤੱਕ। ਇੱਥੇ ਤੁਹਾਨੂੰ ਇੱਕ ਦਿਸਣਾ ਹੈ ਟਰਾਇੰਗਲ, ਇਹ ਦੇਖੋ ਦਿਸਿਆ ਹੈ ਨਾ। ਇਹ ਇਮੈਜਿਨ ਹੀ ਕਰਨਾ, ਇਹ ਉੱਥੇ ਡਰਾਅ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਤੁਸੀਂ ਆਪ ਹੀ ਥੋੜ੍ਹੇ ਬਾਅਦ ਪ੍ਰੈਕਟਿਸ ਕਰਕੇ ਤੁਹਾਨੂੰ ਆ ਜਾਏਗਾ। ਹੁਣ ਤੁਸੀਂ ਬਸ ਇਹ ਦੱਸਣਾ ਹੈ, ਇਹ ਜਿਹੜੀ ਮੈਂ ਲਾਈਨ ਬਣਾਈ ਹੈ, ਇਹ ਜਿਹੜੀ ਲਾਈਨ ਬਣਾਈ ਹੈ ਇਹ ਕੀ ਹੈ? ਟੈਂਜੈਂਟ ਦੀ ਤਰ੍ਹਾਂ ਹੀ ਹੈ ਨਾ। ਟੈਂਜੈਂਟ ਜਿਹਾ ਇੱਕ ਸਿੱਧੀ ਲਾਈਨ ਬਣਾਤੀ। ਇਹਦੇ ਸਾਹਮਣੇ ਕੀ ਹੈ? ਸਾਹਮਣੇ ਕਿੰਨੀ ਕਾਊਂਟ ਕਰੋ? 1 2 3 ਲਿਖਤਾ 3 ਹੈ ਨਾ। ਥੱਲੇ ਕੀ ਹੈ? 1 2 3 4 5/5 ਮੀਟਰ ਪਰ ਸੈਕਿੰਡ। ਕੱਢ ਲਿਆ ਫਟਾਫਟ।
ਸਮਝੇ ਕੀ ਕਰਦੇ ਪਏ ਹਾਂ ਅਸੀਂ? ਸਿਰਫ ਕਿਉਂਕਿ ਐਵਰੇਜ ਵੈਲੋਸਿਟੀ 'ਚ ਸਿਰਫ ਫਾਈਨਲ ਪੋਜੀਸ਼ਨ ਤੇ ਇਨੀਸ਼ੀਅਲ ਪੋਜੀਸ਼ਨ ਦੇਖੀ ਜਾਂਦੀ ਹੈ, ਵਿਚਕਾਰ ਜਿਹੜਾ ਹੁੰਦਾ ਪਿਆ ਉੱਪਰ ਥੱਲੇ ਉਹਦੇ ਨਾਲ ਸਾਨੂੰ ਮਤਲਬ ਨਹੀਂ, ਤਾਂ ਕਿਉਂ ਨਾ ਇੱਕ ਸਟ੍ਰੇਟ ਲਾਈਨ, ਇੱਕ ਟੈਂਜੈਂਟ ਬਣਾ ਲਈਏ, ਤਾਂ ਕਰਕੇ ਉਸ ਟੈਂਜੈਂਟ ਦੀ ਵੈਲਿਊ ਕੱਢ ਲਈਏ। ਉਹ ਟੈਂਜੈਂਟ ਕਿੱਦਾਂ ਬਣੇਗਾ? ਸਟਾਰਟਿੰਗ ਪੋਜੀਸ਼ਨ ਤੇ ਲਾਸਟ ਪੁਆਇੰਟ ਫਾਈਨਲ ਪੋਜੀਸ਼ਨ ਤੇ ਤੁਸੀਂ ਉੱਥੇ ਰੱਖ ਲੈਣਾ ਹੈ, ਲਾਈਨ ਬਣਾ ਦੇਣੀ ਹੈ। ਹੁਣ ਦੇਖਣਾ ਹੈ ਬਸ ਮੈਥ ਦੀ ਕਾਪੀ 'ਚ ਸਾਹਮਣੇ ਕਿੰਨੇ ਖਾਣੇ ਹਨ ਤੇ ਥੱਲੇ ਕਿੰਨੇ ਹੈ। ਇੱਥੇ 3/5 ਉਹ ਵੀ ਤਾਂ ਅਸੀਂ ਇੱਦਾਂ ਹੀ ਕੱਢ ਰਹੇ ਸੀ, ਹੈ ਨਾ, ਬਟ ਇਹ ਸੌਖਾ ਤਰੀਕਾ ਹੋ ਗਿਆ। ਕਿਉਂ? ਹੁਣ ਤੁਸੀਂ ਦੇਖ ਕੇ ਦੱਸ ਸਕਦੇ ਹੋ, ਮੈਂ ਕੋਈ ਵੀ ਇੰਟਰਵਲ ਪੁੱਛਾਂ ਤੁਸੀਂ ਦੱਸ ਦੋਗੇ ਕਿੰਨਾ ਉਹਦੀ ਐਵਰੇਜ ਵੈਲੋਸਿਟੀ ਹੋਏਗੀ। ਦੇਖੋ ਦੇਖੋ ਜੇ ਤੁਹਾਨੂੰ ਕਿਹਾ ਜਾਏ 2 ਤੇ 5 ਆਬਜ਼ਰਵ ਕਰੋ, 2 to 5 ਸੈਕਿੰਡ, ਹੈ ਨਾ, 2 ਸੈਕਿੰਡ to 5 ਸੈਕਿੰਡ ਤੁਸੀਂ ਆਬਜ਼ਰਵ ਕਰਨਾ ਹੈ, ਤਾਂ ਤੁਸੀਂ ਕਰ ਸਕਦੇ ਹੋ ਐਵਰੇਜ ਵੈਲੋਸਿਟੀ ਕੀ ਹੋਏਗੀ। ਹੁਣ ਅਸੀਂ ਜਿਹੜਾ ਨਵਾਂ ਮੈਥਡ ਸਿੱਖਿਆ ਹੋਇਆ ਹੈ ਉਹਦੇ ਨਾਲ ਹੀ ਕੱਢ ਦੇਣਾ ਹੈ। ਕਿੱਦਾਂ? ਇੱਕ ਲਾਈਨ ਬਣਾਉਂਦੇ ਹਾਂ ਸਰ, 2 ਤੋਂ ਸਟਾਰਟ ਕਰੀਏ, ਜਿੱਥੇ 2 ਤੇ ਆਬਜੈਕਟ ਸੀਗਾ, ਇੱਥੇ ਸੀਗਾ, 5 ਤੱਕ ਲੈ ਕੇ ਜਾਈਏ, 5 ਇੱਥੇ ਹੈ ਨਾ, ਟਰਾਇੰਗਲ ਦਿਸ ਰਿਹਾ ਹੈ, ਇਹ ਬਣ ਗਿਆ ਟਰਾਇੰਗਲ, ਇਹਦਾ ਟਰਾਇੰਗਲ ਇਹ ਹੋਣਾ ਹੈ। ਸਾਹਮਣੇ ਕੀ ਹੈ ਤੇ ਥੱਲੇ ਕੀ ਹੈ ਜੀ? ਗਿਣੋ, 1 2, ਸਾਹਮਣੇ ਥੱਲੇ 1 2 3 ਡਿਵਾਈਡਡ ਬਾਈ 3 ਮੀਟਰ ਪਰ ਸੈਕਿੰਡ, ਹੈ ਨਾ। ਬਹੁਤ ਆਸਾਨ ਤਰੀਕਾ। ਸਿਰਫ ਅਸੀਂ ਇਹ ਜਿਹੜੀ ਬਲੂ ਜਿਹੜੀ ਲਾਈਨ ਹੈ ਇੱਕ, ਇਹ ਸਾਡੇ ਕੋਲ ਇਮੈਜਿਨ ਹੋ ਜਾਵੇ, ਫਿਰ ਕੋਈ ਚੱਕਰ ਨਹੀਂ, ਫਿਰ ਤੇ ਮੈਥ ਦੇ ਡੱਬੇ ਹੀ ਗਿਣਨੇ, ਖਾਨੇ ਗਿਣਨੇ ਹੈਗੇ ਆ। ਜੇ ਅਸੀਂ ਇਹਨੂੰ ਕਨਵੈਨਸ਼ਨਲ ਤਰੀਕੇ ਨਾਲ ਕਰਦੇ ਤਾਂ ਕੀ ਕਰਨਾ ਸੀ? ਫਾਈਨਲ ਪੋਜੀਸ਼ਨ ਵੇਖਣੀ ਸੀ, 5 ਤੇ ਕਿੰਨੀ ਪੋਜੀਸ਼ਨ ਹੈ? 5 ਤੇ ਪੋਜੀਸ਼ਨ ਹੋਣੀ ਸੀ 3। ਇਨੀਸ਼ੀਅਲ ਪੋਜੀਸ਼ਨ ਕੀ ਹੈ? ਉਹ ਮਾਈਨਸ ਕਰ ਦੇਣੀ ਸੀ। ਟਾਈਮ ਕਿੰਨਾ ਹੋਇਆ 2 ਤੋਂ 5? ਦੇਖੋ 1 2 3 3, ਫਿਰ ਵੀ ਤਾਂ ਅਸੀਂ ਇਹੀ ਚੀਜ਼ ਕੱਢਣੀ ਸੀ, ਹੈ ਨਾ, ਇਹ ਕਦੇ ਵੀ ਗਲਤ ਨਹੀਂ ਹੋਏਗੀ। ਤਾਂ ਟੈਂਜੈਂਟ ਦੀ ਹੈਲਪ ਨਾਲ ਕਿੰਨਾ ਸੌਖਾ ਹੋ ਰਿਹਾ ਹੈ। ਇੱਕ ਹੋਰ ਕੁਐਸਚਨ ਕਰ ਲਈਏ, ਇਹੀ ਗ੍ਰਾਫ 'ਚ ਬਸ ਇੰਟਰਵਲ ਚੇਂਜ ਕਰਨੇ ਹਨ। ਚਲੋ ਹੁਣ ਕੋਈ ਕਵੇ ਕਿ 1 ਤੋਂ 5 ਆਬਜ਼ਰਵ ਕਰੋ, 1 ਤੋਂ 5 ਆਬਜ਼ਰਵ ਕਰਦੇ ਹਾਂ। ਔਖਾ ਸਵਾਲ ਹੈ? ਬਹੁਤ ਸੌਖਾ ਹੈ। ਹੁਣ 1 ਤੋਂ 5 ਆਬਜ਼ਰਵ ਕਰੋ, ਐਵਰੇਜ ਵੈਲੋਸਿਟੀ ਕੱਢ ਕੇ ਵਿਖਾਓ। ਹੁਣ ਦੇਖੋ ਬੇਟਾ, ਇੱਥੇ ਆਪਣੇ ਆਪ ਤੁਸੀਂ ਇੱਕ ਲਾਈਨ ਇਮੈਜਿਨ ਹੁੰਦੀ ਦਿਖਣੀ ਹੈ, ਜਿਹਦੀ ਟਾਈਮ ਜਦੋਂ 1 ਹੋਇਆ ਸੀ, ਉੱਥੇ ਪੁਆਇੰਟ ਲਾਓ ਆਪਣੀ ਅੱਖਾਂ ਤੇ ਸਿੱਧੀ ਇੱਕ ਲਾਈਨ ਡਰਾਅ ਕਰ ਦਿਓ ਜਿੱਥੇ 5 ਹੈ। ਹੋ ਰਹੀ ਹੈ ਡਰਾਅ? ਇਹ ਦੇਖੋ ਇੱਦਾਂ। ਹੁਣ ਦੱਸੋ ਸਾਹਮਣੇ ਕਿੰਨਾ ਹੈ? 2 ਨਜ਼ਰ ਆ ਗਏ? ਹੁਣ ਟ੍ਰਾਇੰਗਲ ਡਰਾਅ ਕਰਨ ਦੀ ਜ਼ਰੂਰਤ ਨਹੀਂ ਹੈ, 2 ਸਾਹਮਣੇ ਨਜ਼ਰ ਆ ਰਹੇ ਨੇ। 1 2, ਥੱਲੇ ਕਿੰਨਾ ਹੈ? 1 2 3 4, ਤਬ ਕੀ ਹੋ ਜਾਣਾ ਹੈ? 2/4, ਯਾਨੀ ਕਿ ਕਿੰਨਾ ਹੋ ਜਾਣਾ ਹੈ? 1/2 ਮੀਟਰ ਪਰ ਸੈਕਿੰਡ। ਕਿੰਨਾ ਆਸਾਨ ਹੋ ਗਿਆ ਹੁਣ ਸਾਡੇ ਵਾਸਤੇ ਐਵਰੇਜ ਵੈਲੋਸਿਟੀ ਕੱਢਣਾ। ਚਲੋ, ਪਰ ਤੁਸੀਂ ਤਾਂ ਕਿਹਾ ਸੀ ਸਰ ਐਵਰੇਜ ਐਕਸਲੇਸ਼ਨ ਵੀ ਕੱਢ ਦੋਗੇ। ਉਹ ਵੀ ਕੱਢ ਦਾਂਗੇ, ਉੱਥੇ ਕੀ ਚੇਂਜ ਹੋ ਜਾਣਾ? ਇਹ ਜਰਾ ਪੋਜੀਸ਼ਨ ਨਾ ਹੋ ਕਰ ਇਹ ਹੁੰਦੀ ਸਾਡੀ ਵੈਲੋਸਿਟੀ ਮੀਟਰ ਪਰ ਸੈਕਿੰਡ 'ਚ, ਵਾਈ ਐਕਸਿਸ 'ਚ। ਇਹੀ ਹੋ ਗਿਆ। ਕਿਹੜਾ ਗ੍ਰਾਫ ਹੋ ਗਿਆ ਹੁਣ ਇਹ? ਹੁਣ ਇਹ ਵੈਲੋਸਿਟੀ ਟਾਈਮ ਗ੍ਰਾਫ ਹੋ ਗਿਆ, ਕਿਉਂਕਿ ਇੱਕ ਲਾਈਨ ਜਾਂ ਵਾਈ ਐਕਸਿਸ ਕੀ ਹੈ? ਵੈਲੋਸਿਟੀ ਹੈ, ਤੇ ਇੱਕ ਐਕਸਿਸ ਕੀ ਹੈ? ਟਾਈਮ ਹੈ। ਤਾਂ ਇਹਨੂੰ ਹੁਣ ਵੈਲੋਸਿਟੀ ਟਾਈਮ ਗ੍ਰਾਫ ਕਹਾਂਗੇ। ਵੈਲੋਸਿਟੀ ਟਾਈਮ ਗ੍ਰਾਫ ਤੋਂ ਕੀ ਕੱਢ ਸਕਦੇ ਹਾਂ? ਐਕਸਲੇਸ਼ਨ ਕੱਢ ਸਕਦੇ ਹਾਂ। ਦੇਖੋ ਉਹੀ ਨੰਬਰ ਆਣੇ ਹਨ, ਬਟ ਯੂਨਿਟ ਚੇਂਜ ਹੋ ਜਾਣੇ ਹਨ। ਫੋਰ ਐਗਜ਼ਾਮਪਲ ਹੁਣ ਦੱਸੋ ਜੀ ਐਵਰੇਜ ਐਕਸਲਰੇਸ਼ਨ ਕੀ ਹੋਏਗੀ 0 to 5, ਕਿਉਂਕਿ ਵੈਲੋਸਿਟੀ ਟਾਈਮ ਗ੍ਰਾਫ ਦੀ ਜਿਹੜੀ ਸਾਡੀ ਸਲੋਪ ਹੈ, ਟੈਂਜੈਂਟ ਹੈ, ਉਹ ਐਕਸਲੇਸ਼ਨ ਦਿੰਦੀ ਹੈ। ਤਾਂ ਐਕਸਲੇਸ਼ਨ ਦੀ ਗੱਲ ਹੋਏਗੀ ਇੱਥੇ। 0 to 5 ਕੀ ਐਵਰੇਜ ਐਕਸਲੇਸ਼ਨ ਹੈ? ਉਹੀ ਇੱਕ ਟਰਾਇੰਗਲ ਇਮੈਜਿਨ ਕੀਤਾ। ਸਾਹਮਣੇ ਦੱਸ ਦਿਓ ਬੇਟਾ, ਹੁਣ ਗਿਣਨਾ ਤੁਸੀਂ ਆਪਣੇ ਆਪ ਹੈ। ਕਿੰਨਾ ਹੈ ਸਾਹਮਣੇ? 3। ਇਹ ਦੇਖੋ 1 2 3, ਹੈ ਨਾ। ਟਰਾਇੰਗਲ ਨਹੀਂ ਬਣਾਉਂਦਾ ਪਿਆ ਮੈਂ, ਹੁਣ ਆਪੇ ਇਮੈਜਿਨ ਕਰਨਾ। ਇਹ ਦੂਜੀ ਵੀ ਲਾਈਨ ਪਾਉਣ ਦੀ ਜ਼ਰੂਰਤ ਨਹੀਂ ਹੈ, ਆਪੇ ਦਿਸ ਜਾਂਦੀ ਹੈ ਸਾਹਮਣੇ ਗ੍ਰਾਫ 'ਚ। ਤੇ ਥੱਲੇ ਕਿੰਨਾ ਹੈ ਬੇਟਾ? 5। 3/5 ਮੀਟਰ ਪਰ ਸੈਕਿੰਡ ਸਕੁਆਇਰ। ਇਹ ਕੀ ਹੋ ਗਿਆ ਬੇਟਾ? ਐਵਰੇਜ ਐਕਸਲੇਸ਼ਨ। ਸਰ ਜੇ ਅਸੀਂ ਨੋਰਮਲ ਤਰੀਕੇ ਨਾਲ ਚੱਲਦੇ ਤਾਂ ਐਵਰੇਜ ਐਕਸਲੇਸ਼ਨ ਦਾ ਫਾਰਮੂਲਾ ਲਿਖਦੇ, ਫਿਰ ਲਿਖਦੇ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ। ਉੱਥੇ ਪੋਜੀਸ਼ਨ ਹੁੰਦਾ ਸੀ, ਇੱਥੇ ਵੈਲੋਸਿਟੀਆਂ ਹੋਣੀਆਂ ਹਨ, ਇਹੀ ਫਰਕ ਹੈ। ਤੇ ਇੱਥੇ ਹੈ ਟੋਟਲ ਟਾਈਮ। ਸਾਨੂੰ ਟਾਈਮ ਦਿੱਤਾ ਸੀ 0 to 5। ਸਰ ਫਾਈਨਲ ਵੈਲੋਸਿਟੀ ਮਤਲਬ 5 ਤੇ ਵੈਲੋਸਿਟੀ ਹੈ ਜੀ 3, ਇਨੀਸ਼ੀਅਲ ਵੈਲੋਸਿਟੀ ਹੈ 0, ਟਾਈਮ ਹੋ ਗਿਆ 5। ਉੱਥੇ ਹੀ ਪਹੁੰਚ ਰਹੇ ਹੋ ਨਾ ਤੁਸੀਂ, ਸੇਮ ਹੀ ਚੀਜ਼ ਤਾਂ ਕੈਲਕੂਲੇਟ ਕਰ ਰਹੇ ਹੋ। ਤਾਂ ਅਸੀਂ ਇਹਦੇ ਨਾਲ ਬਹੁਤ ਆਸਾਨੀ ਨਾਲ ਕਰ ਸਕਦੇ ਹਾਂ। ਚਲੋ ਥੋੜ੍ਹੇ ਜਿਹੇ ਡਿਫਰੈਂਟ ਗ੍ਰਾਫ ਲਈਏ, ਜਿਹਦੇ ਕਾਰਨ ਸਾਡੀ ਚੰਗੀ ਤਰ੍ਹਾਂ ਪ੍ਰੈਕਟਿਸ ਹੋ ਜਾਵੇ।
ਚਲੋ ਇਸ ਨੂੰ ਦੇਖ ਲਓ, ਇਹ ਵੀ ਵੈਲੋਸਿਟੀ ਟਾਈਮ ਗ੍ਰਾਫ ਹੈ, ਤਾਂ ਅਸੀਂ ਐਵਰੇਜ ਐਕਸਲੇਸ਼ਨ ਕੱਢ ਸਕਦੇ ਹਾਂ ਟੈਂਜੈਂਟ ਨਾਲ। ਹੁਣ ਸਾਨੂੰ ਕਹਿ ਰਿਹਾ ਹੈ ਟਾਈਮ ਇੰਟਰਵਲ ਹੈ 0 to 5, ਤੁਸੀਂ ਐਵਰੇਜ ਐਕਸਲੇਸ਼ਨ ਕੱਢਣੀ ਹੈ। ਬੇਟਾ ਉੱਦਾਂ ਹੀ ਅਸੀਂ ਇਮੈਜਿਨ ਕੀ ਕਰਨਾ ਹੈ ਕਿ ਸਾਨੂੰ ਬਣਾਉਣੀ ਪੈਣੀ ਹੈ ਇੱਕ ਲਾਈਨ ਜਿਹੜੀ ਫਾਈਨਲ ਵੈਲੋਸਿਟੀ ਤੇ ਇਨੀਸ਼ੀਅਲ ਵੈਲੋਸਿਟੀ ਨੂੰ ਜੋੜਦੀ ਹੈ। ਤਾਂ ਅਸੀਂ ਇੱਥੋਂ ਲਾਈਨ ਬਣਾਵਾਂਗੇ। ਹੁਣ ਦੇਖੋ ਬੇਟਾ ਟਰਾਇੰਗਲ ਬਣਦਾ ਵੀ ਪਿਆ ਕਿ ਨਹੀਂ। ਅਰੇ ਇਹ ਤਾਂ ਸਿੱਧੀ ਲਾਈਨ ਆ ਗਈ ਸਰ, ਇਹਦੀ ਤਾਂ ਟਰਾਇੰਗਲ ਦੀ ਸਾਹਮਣੇ ਕੁਝ ਆਇਆ ਹੀ ਨਹੀਂ। ਗਿਣਾਂਗੇ ਕੀ, ਜਾਂ ਸਾਹਮਣੇ ਕੀ ਹੋ ਜਾਏਗਾ, 0 ਹੋ ਜਾਏਗਾ। ਤਾਂ ਅਸੀਂ ਇਸ ਤੇ ਕਹਾਂਗੇ ਐਵਰੇਜ ਐਕਸਲੇਸ਼ਨ 0 ਡਿਵਾਈਡਡ ਬਾਏ 5, ਕਿਉਂਕਿ ਥੱਲੇ 5 ਤਾਂ ਗਿਣੇ ਜਾਣੇ ਪਰ ਸਾਹਮਣੇ ਕੁਝ ਵੀ ਨਹੀਂ ਹੈ ਟਰਾਇੰਗਲ ਦੇ, ਯਾਨੀ ਕਿ 0 ਮੀਟਰ ਪਰ ਸੈਕਿੰਡ ਸਕੁਅਰ। ਠੀਕ ਹੈ ਨਾ। ਥੋੜਾ ਸਮਝਣ ਨੂੰ ਤੁਹਾਨੂੰ ਲੱਗ ਰਿਹਾ ਕਿ ਪਤਾ ਨਹੀਂ ਸਰ ਟਰਾਇੰਗਲ ਕਿੱਦਾਂ ਨਹੀਂ ਬਣਿਆ। ਦੇਖੋ ਬੇਟਾ ਟਰਾਇੰਗਲ ਵਾਸਤੇ ਥੋੜੀ ਜਿਹੀ ਹਾਈਟ ਤਾਂ ਹੋਣੀ ਚਾਹੀਦੀ ਹੈ ਨਾ। ਇੱਥੇ ਵੀ ਟਰਾਇੰਗਲ ਬਣ ਜਾਏਗਾ ਇਸ ਲਾਈਨ ਦਾ, ਹੈ ਨਾ। ਥੋੜੀ ਹੋਰ ਘੱਟ ਕਰਦਾ, ਇੱਥੇ ਵੀ ਤੁਸੀਂ ਕਹੋਗੇ ਸਰ ਥੋੜਾ ਟਰਾਇੰਗਲ ਬਣ ਗਿਆ ਸਾਹਮਣੇ, ਅਸੀਂ ਮਿਣ ਸਕਦੇ ਹਾਂ ਇਹ ਕਿੰਨਾ ਹੈ, ਇਹ ਕਿੰਨਾ ਹੈ, ਬਟ ਹੋਰ ਘੱਟ ਕਰਾਂ। ਹੁਣ ਤੁਸੀਂ ਕਹੋਗੇ ਸਰ ਇਹ ਤਾਂ 0 ਦੇ ਬਰਾਬਰ ਹੀ ਆ ਰਹੀ ਹੈ ਸਾਹਮਣੇ ਚੀਜ਼, ਤੇ ਫਲੈਟ ਹੀ ਲਾਈਨ ਕਰਦਾ ਜਿਹੜੀ ਇਸ ਕੇਸ 'ਚ ਹੋ ਗਈ, ਤਾਂ ਅਸੀਂ ਕੀ ਕਵਾਂਗੇ ਸਰ 0 ਹੋ ਗਿਆ, ਸਾਹਮਣੇ ਜਿਹੜਾ ਹੈ ਗਿਣਿਆ ਨਹੀਂ ਜਾ ਰਿਹਾ, ਤਾਂ ਕਰਕੇ ਇੱਥੇ ਐਵਰੇਜ ਐਕਸਲੇਸ਼ਨ 0 ਆਣੀ ਹੈ। ਹੁਣ ਨੈਗੇਟਿਵ ਵੀ ਕਰ ਲਈਏ, ਕੇਸ ਕਦੋਂ ਹੋਣਾ ਹੈ ਦੇਖੋ। ਹੁਣ ਜੇ ਸਾਨੂੰ ਪੁੱਛਿਆ ਜਾਏ what is the average acceleration from 2 to 5 seconds, ऑब्जर्व कितों करना है, 2 ਤੋਂ 5 ही करना है। ਤਾਂ ਅਸੀਂ ਕੀ ਕਰਨਾ ਹੈ, ਹੁਣ ਸੋਚਣ ਦੀ ਜ਼ਰੂਰਤ ਨਹੀਂ, ਸਾਨੂੰ ਸਟਾਰਟਿੰਗ ਪੋਜੀਸ਼ਨ ਜਦੋਂ 2 ਤੇ ਸੀਗਾ, ਟਾਈਮ 2 ਸੀ, ਕੀ ਪੋਜੀਸ਼ਨ ਸੀ, ਉੱਥੋਂ ਇੱਕ ਲਾਈਨ ਬਣਾ ਦੇਣੀ ਹੈ, ਇੱਕ ਟੈਂਜੈਂਟ ਬਣਾ ਦੇਣਾ ਹੈ ਜਿੱਥੇ ਫਾਈਨਲੀ 5 ਸੈਕਿੰਡ ਤੇ ਪਹੁੰਚਿਆ। ਤਾਂ ਇਹੀ ਪਹੁੰਚਿਆ ਦੇਖੋ ਇੱਥੇ, ਹੈ ਨਾ। ਇਹ ਲਾਈਨ ਆਪੇ ਦਿਸ ਜਾਣੀ ਹੈ ਤੁਹਾਨੂੰ ਪ੍ਰੈਕਟਿਸ ਦੇ ਬਾਅਦ। ਠੀਕ ਹੈ। ਹੁਣ ਇਸ ਲਾਈਨ ਦਾ ਦੱਸੋ ਟੈਂਜੈਂਟ ਕੀ ਹੋਏਗਾ। ਪਹਿਲੀ ਗੱਲ ਤਾਂ ਬੇਟਾ ਸਲੋਪ ਜਿਹੜਾ ਹੈ ਇਸ ਟਾਈਮ ਕੀ ਆ ਗਿਆ ਹੈ, ਯਾਦ ਰੱਖੋ ਨੈਗੇਟਿਵ ਐਕਸਲੇਸ਼ਨ ਹੋਏਗੀ ਇਹ, ਹੈ ਨਾ। ਪਹਿਲੇ ਤਾਂ ਜਿਹੜੀ ਵੀ ਵੈਲਿਊ ਕੱਢੋਗੇ ਨੈਗੇਟਿਵ ਹੋਏਗੀ, ਯਾਦ ਰੱਖਣਾ, ਹੈ ਨਾ। ਹੁਣ ਇਸ ਟ੍ਰਾਇੰਗਲ ਨੂੰ ਨੈਗੇਟਿਵ ਕਿਉਂ ਕਹਿ ਰਹੇ ਹਾਂ, ਕਿਉਂਕਿ ਬੇਟਾ ਥੱਲੇ ਨੂੰ ਵੈਲੋਸਿਟੀ ਜਾ ਰਹੀ ਹੈ, ਵੈਲੋਸਿਟੀ ਘਟ ਰਹੀ ਹੈ। ਤਾਂ ਉਹ ਇਹਦਾ ਟ੍ਰਾਇੰਗਲ ਬਣਾਉਣਾ ਹੋਏ ਤਾਂ ਉਹ ਕਿੱਥੇ ਹੋਏਗਾ, ਦੇਖੋ ਬੇਟਾ ਇੱਥੇ ਇਮੇਜਿਨ ਕਰ ਸਕਦੇ ਹੋ ਤੁਸੀਂ, ਇਹ ਟ੍ਰਾਇੰਗਲ ਇਮੇਜਿਨ ਕਰ ਸਕਦੇ ਹੋ, ਹੈ ਨਾ। ਹੁਣ ਇਹ ਟ੍ਰਾਇੰਗਲ ਦੀ ਜਿਹੜੀ ਡਿਸਪਲੇਸਮੈਂਟ ਹੈ ਇਸ ਲੈਂਥ ਨੂੰ ਮੈਂ -3 ਲਵਾਂਗਾ, ਕਿਉਂ, ਘਟਦੀ ਪਈ ਹੈ। ਬਸ ਇਹ ਧਿਆਨ ਰੱਖਣਾ ਹੈ। ਜਦੋਂ ਸਲੋਪ ਨੈਗੇਟਿਵ ਹੋਗੀ ਤਾਂ ਯਾਦ ਰੱਖਿਓ ਜਿਹੜੀ ਅਸੀਂ ਟ੍ਰਾਇੰਗਲ ਦਾ ਸਾਹਮਣਾ ਹੈ ਉਹ ਨੈਗੇਟਿਵ ਹੋ ਜਾਏਗਾ ਕਿਉਂਕਿ ਥੱਲੇ ਨੂੰ ਜਾ ਰਿਹਾ ਹੈ। ਠੀਕ ਹੈ। ਤਾਂ ਜਿਹੜੀ ਐਵਰੇਜ ਐਕਸਲੇਸ਼ਨ ਇਸ ਕੇਸ 'ਚ ਆਏਗੀ ਸਾਡੀ, ਐਵਰੇਜ ਐਕਸਲੇਸ਼ਨ ਵਿਲ ਬੀ -3। ਇਸ ਟ੍ਰਾਇੰਗਲ ਦੀ ਜਿਹੜੀ ਸਾਹਮਣੇ ਹੈ ਉਹ ਥੱਲੇ ਨੂੰ ਹੈ, ਡਾਇਰੈਕਸ਼ਨ ਥੱਲੇ ਨੂੰ ਹੈ, ਕਿਉਂਕਿ ਦੇਖੋ ਵੈਲੋਸਿਟੀ 3 ਤੋਂ 5 ਤੇ 0 ਹੋ ਗਈ, ਘਟ ਗਈ ਨਾ। ਤਾਂ ਇਹਦੇ ਕਰਕੇ -3 ਦੀ ਡਿਵਾਈਡਡ ਬਾਈ ਕਿੰਨਾ ਟਾਈਮ ਹੋਇਆ ਬੇਟਾ, ਥੱਲੇ ਵਾਲੇ ਡੱਬੇ ਗਿਣ ਲੈਣੇ ਹੈ ਕਿ 2 3 ਟਾਈਮ ਤਾਂ ਨੈਗੇਟਿਵ ਹੁੰਦਾ ਨਹੀਂ, ਪਰ ਡਿਸਪਲੇਸਮੈਂਟ ਨੈਗੇਟਿਵ ਹੋ ਸਕਦੀ ਹੈ, ਵੈਲੋਸਿਟੀ ਨੈਗੇਟਿਵ ਹੋ ਸਕਦੀ ਹੈ। ਤਾਂ ਇੱਥੇ ਕੀ ਹੋਇਆ, 1 2 3, ਇਹ ਆ ਗਿਆ 3 -1 ਮੀਟਰ ਪਰ ਸੈਕਿੰਡ ਸਕੁਅਰ। ਠੀਕ ਹੈ। ਜੇ ਅਸੀਂ ਇੱਦਾਂ ਨਹੀਂ ਚੱਲਦੇ, ਜਿਹੜੀ ਸਾਡੀ ਡੈਫੀਨੇਸ਼ਨ ਉਹਦੇ ਨਾਲ ਚਲੀਏ ਤਾਂ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ, ਸਿਰਫ 2 ਤੋਂ 5 5 ਤੇ ਫਾਈਨਲ ਵੈਲੋਸਿਟੀ ਹੈ ਸਰ 0, ਇਨੀਸ਼ੀਅਲ ਵੈਲੋਸਿਟੀ ਹੈ ਸਰ 3, ਹੋ ਗਿਆ ਨਾ। 0 -3 ਆ ਗਿਆ ਨਾ, -3 ਫਿਰ ਵੀ डिवाइडेड बाय सर टाइम कितना लग गया सर 2 तो 5 टाइम लग गया 3 सेकंड आ जाना है -1 मीटर पर सेकंड स्क्वायर। तो सानू इस हिसाब नाल एवरेज वेलोसिटीज़ किसी भी इंटरवल दी होए 2 तो 3 जा रहे 2 तो 6 जा रहे हैं, सिर्फ साडी जिहड़ा है दिमाग जिहड़ा है वो होना चाहिए कि स्टार्टिंग च कित्थे सीगा ते फाइनली कित्थे सीगा। उत्थे असीं एक लाइन इमेजिन करके एक ट्रायंगल इमेजिन करना है, सामने डिवाइड बाय थल्ले कर देना है तो साडी वैल्यूज़ जिहड़ी है फटाफट आन लग पैणगीਆਂ। ध्यान कित्थे रखना है जीरो का, जदों जीरो हो रही है एक्सेलेरेशन या जीरो हो रही है वेलोसिटी। ध्यान कदों रखना है जब नैगेटिव एक्सेलेरेशन होंदी पई है, उस सामने पता लग जाएगा क्योंकि तुहाडा ग्राफ जिहड़े इधर नूं जा रहा है, जे तुहाडा टेंजेंट इधर नूं जा रहा है जिहड़े तुसीं इमेजिन कर रहे हो तो पॉजिटिव होएगी, जे फ्लैट पै गया तो जीरो होएगी, जे थल्ले नूं जिसे ये एग्जाम्पल है ये नैगेटिव ही आनी है। तो इस हिसाब नाल असीं करना है, फिर तो काउंटिंग की गल है और कुछ नहीं। तो जिहड़े 8 क्वेश्चन हैं बेटा वो पोजीशन टाइम ग्राफ 8 क्वेश्चन असीं जिहड़े दिते सी वो तुसीं चंगी तरह कर लेने हैं। हुण तुसीं पढ़ सकते हो इस ग्राफ नूं, एवरेज एक्सेलेरेशन कैलकुलेट करके कन्फर्म ही करना है कि असीं जे
ਇਸ ਮੈਥਡ ਨਾਲ ਚੱਲੀਏ, ਕਨਵੈਨਸ਼ਨਲ ਮੈਥਡ ਨਾਲ ਚੱਲੀਏ ਤਾਂ ਸਾਡਾ ਵੀ ਠੀਕ ਆਉਂਦਾ ਪਿਆ। ਬਟ ਹੁਣ ਤੁਸੀਂ ਗ੍ਰਾਫ ਦੇਖੋ, ਤੁਹਾਨੂੰ 0 ਤੇ ਕੋਈ 5 ਪੁੱਛੇ ਤਾਂ ਤੁਹਾਡਾ ਮੂੰਹ ਜ਼ਬਾਨੀ ਆਨਸਰ ਆਉਣਾ ਚਾਹੀਦਾ ਹੈ। ਠੀਕ ਹੈ ਨਾ, ਤਾਂ ਇਤਨੀ ਪ੍ਰੈਕਟਿਸ ਕਰੋ। ਇਹ 8 ਕੁਐਸਚਨ ਜਿਹੜੇ ਹਨ ਹੁਣ ਦੁਬਾਰਾ ਦੇਖੋ ਇਹਨਾਂ ਨੂੰ, ਅਤੇ ਮੂੰਹ ਜ਼ਬਾਨੀ ਆਨਸਰ ਕਨਫਰਮ ਕਰੋ ਕਿ ਅਸੀਂ ਪਹਿਲੇ ਹੀ ਇਹਨਾਂ ਨੂੰ ਕਰ ਚੁੱਕੇ ਹਾਂ।